नुकसान की गल कीती जिੱਥੋਂ भी खड़नगे उन्हां दे अगेंस्ट ਵੱਡਾ कैंडीडेट खड़ा के जिहड़ा उन्हां नूं हराउण दी कोशिश कीती जाऊगी तुसीं किस तरीके दा स्टैंड लेना मैं तां की हो गया हर बंदे नूं जदों इलैक्शन लड़दा है 18 बंदे उन्हां दे अगेंस्ट खड़दे हैं ਤਾਂ ਉਹ ਵੀ ਵੈਲਕਮ ਹੈ ਮੈਂ ਤਾਂ ਉਹਨਾਂ ਨੂੰ ਵੈਲਕਮ ਕਰਤਾ ਮੈਂ ਕਿਤੇ ਵੀ ਆ ਜਾਓ ਤੁਸੀਂ ਤੁਹਾਡੇ ਤੋਂ ਸਟਰੋਂਗ ਕੈਂਡੀਡੇਟ ਕੌਣ ਹੋਏਗਾ ਉਹਨਾਂ ਤੋਂ ਦੇਖੋ ਉਹ ਬੰਦਾ ਨੂੰ ਸੋਚਣਾ ਚਾਹੀਦਾ ਮੇਰੇ ਤੋਂ ਸਟਰੋਂਗ ਤਾਂ ਕੋਈ ਨਹੀਂ ਹੈ ਨਾ ਉਹ ਆ ਜਾਣ ਅਸੀਂ ਘਰ ਵੀ ਦੇਵਾਂਗੇ मैं रेंट भी भर दूंगी मैं थोनू पहला क्या है रोटी का भी अरेंजमेंट करूंगी आराम नाल स्टेज भी दे दूंगी अपनी मेरे वाली स्टेज ने वोटा नहीं मैं दूंगी सारे मंत्रियों नाल फोटोआं भी ਜਿਹੜੀਆਂ ਨੇ ਵਾਇਰਲ ਕੀਤੀਆਂ ਗਈਆਂ ਨੇ ਤੇ ਉਸ ਸਮੇਂ ਕਿਉਂ ਨਹੀਂ ਸਵਾਲ ਚੱਕੇ ਗਏ ਹੁਣ ਜਦੋਂ ਮੈਂ ਕੁਰਸੀ ਤੋਂ ਉਤਰ ਗਿਆ ਅਸਤੀਫਾ ਦੇਤਾ ਫਿਰ ਸਵਾਲ ਕਿਉਂ ਚੱਕੇ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਕੰਮ ਹੀ ਇੱਕੋ ਹੀ ਕੀਤਾ ਉਹਨਾਂ ਨੇ ਰੂਸਾ ਆਲਮ ਦੇ ਨਾਲ ਪਾਰਟੀ ਕਰਨ ਤੋਂ ਸਿਵਾਏ ਕੰਮ ਹੀ ਨਹੀਂ ਕੀਤਾ ਅਸੀਂ ਉਹਨਾਂ ਦਾ ਕਿਹੜਾ ਕੰਮ ਗਿਣਾਈਏ ਅਸੀਂ ਉਹਨਾਂ ਦਾ ਇੱਕੋ ਹੀ ਕੰਮ ਗਿਣਾ ਸਕਦੇ ਹਾਂ ਕਿ ਉਹਨਾਂ ਨੇ ਰੂਸਾ ਆਲਮ ਨੂੰ ਬਹੁਤ ਖੁਸ਼ ਰੱਖਿਆ ਆਪਣੇ ਵਿਧਾਇਕਾਂ ਦੇ ਚੱਕੇ ਨੇ ਨਾ ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਤੇ ਅਸੀਂ ਕੀ ਕਰੀਏ ਸੀਐਮ ਜਿਹੜਾ ਚੇਅਰ ਤੇ ਬੈਠਾ ਹੋਵੇ ਉਹਨੂੰ ਰੋਜ਼-ਰੋਜ਼ ਅਸੀਂ ਕਹਿ ਨਹੀਂ ਸਕਦਾ ਕੋਈ ਵੀ ਐਮਐਲਏ ਕੋਈ ਪ੍ਰੋਟੋਕਾਲ 'ਚ ਨਹੀਂ ਆਂਦਾ ਵੀ ਤੁਸੀਂ ਆਪਣੇ ਸਿਟਿੰਗ ਸੀਐਮ ਇਹ ਤਾਂ ਸਾਡੇ ਵਰਗੇ ਲੋਕ ਹੀ ਆ ਜਿਹੜੇ ਬੋਲਦੇ ਆ ਤੁਸੀਂ ਪਹਿਲਾਂ ਵੀ ਦੇਖਿਆ ਸਿਟਿੰਗ ਸੀਐਮ ਦੇ ਅਗੇਂਸਟ ਕੋਈ ਨਹੀਂ ਬੋਲਦਾ ਕਿਉਂਕਿ ਫੰਡ ਬੰਦ ਹੋ ਜਾਂਦੇ ਆ ਕੰਮ ਬੰਦ ਹੋ ਜਾਂਦਾ ਹੈ ਕੋਈ ਬੰਦਾ ਨਹੀਂ ਚਾਹੁੰਦਾ ਵੀ ਮੇਰੇ ਇਲਾਕੇ ਦਾ ਕੰਮ ਬੰਦ ਹੋ ਜਾਏ नवजोत कौर सिद्धू सोमवार को वेरका में आयोजित एक कार्यक्रम में पहुंची थी जहां उनसे कैप्टन के बारे में पूछा गया। कैप्टन घोषणा कर चुके हैं कि वह नवजोत सिंह सिद्धू को जीतने नहीं देंगे और उनके खिलाफ चुनावी मैदान में भी उतरेंगे, जिस पर नवजोत कौर ने कह डाला कि कैप्टन अमरिंदर सिंह से बड़ा प्रतिद्वंदी कोई और नहीं हो सकता, इसलिए वह भी चाहती हैं कि कैप्टन उनके खिलाफ ही चुनाव लड़े। वह उन्हें घर भी देंगी, खाना भी खिला देंगी और उनका किराया भी भर देंगी। देखिए अमृतसर से नरेंद्र सिंह सेठी की ये रिपोर्ट। फिर तो मैं अपनी पार्टी बना रही हूँ अपनी है हिंदी मिक्स कर दो अच्छा पहले आज जो आपने जो मिनट बैठे हैं शॉर्ट करो शॉर्ट जल्दी जो आज सुबह से हम कैंप लगाते आ रहे हैं ये एक नहीं है ये तीसरा कैंप है उसमें कहीं पे हमने बालों का कैंप लगाया भी जेडे कच्चे बाले सी रह गए सी लोगों के पेंशन कैंप लगाए बिजली माफी का कैंप लगाया ਇੱਥੇ ਜਿਹੜੀ ਮੋਦੀ ਜੀ ਵੱਲੋਂ ਉਜਵਲਾ ਸਕੀਮ ਹੈ ਜਿਹਦੇ ਵਿੱਚ ਮੁਫਤ ਸਿਲੰਡਰ ਤੇ ਨਾਲ ਚੁੱਲ੍ਹਾ ਤੇ ਨਾਲ ਰੈਗੂਲੇਟਰ ਤੇ ਉਹ ਦਿੱਤਾ ਗਿਆ ਉਹਦੇ ਸਟਾਰਟ ਕੀਤੀ ਹੈ ਤੇ ਇਹ ਸਾਰੇ ਵਾਰਡਾਂ 'ਚ ਲੱਗ ਰਹੇ ਹਨ ਇਹ ਵਾਲੇ ਕੈਂਪ ਤੇ ਨਾਲ ਜਿਹੜੀਆਂ ਸਕੀਮਸ ਸਰਕਾਰ ਲੈ ਕੇ ਆ ਰਹੀ ਹੈ ਜਾਂ ਰੋਜ਼-ਰੋਜ਼ ਅਨਾਉਂਸ ਕਰ ਰਹੀ ਹੈ ਰੋਜ਼-ਰੋਜ਼ ਲੋਕਾਂ ਤੱਕ ਜਾਣਾ ਪੈ ਰਿਹਾ ਹੈ ਕਿਉਂਕਿ ਪਿੰਡਾਂ 'ਚ 5 ਮਰਲੇ ਮਾਫ ਕਰਤਾ ਹੁਣ ਅਸੀਂ ਵੀ ਲਿਖ ਕੇ ਭੇਜਤਾ ਵੀ ਸਾਡੇ ਸ਼ਹਿਰ ਵਾਲੇ ਵੀ ਕਰੋ ਹੁਣ ਸਾਡਾ ਅਗਲੇ ਕੈਂਪ ਲਾਲ ਲਕੀਰ ਵਾਲੇ ਆ ਜਾਣਗੇ ਮੇਰੇ ਏਰੀਆ 'ਚ ਬਹੁਤ ਸਾਰੇ ਏਰੀਆ 'ਚ ਜਗ੍ਹਾ ਹੈ ਜਿਹੜੀ ਚਾਹੇ ਮਕਬੂਲਪੁਰਾ ਹੋਵੇ ਚਾਹੇ ਈਸਟ ਮੋਹਨ ਨਗਰ ਹੋਵੇ ਚਮਰੰਗ ਰੋਡ ਹੋਵੇ ਜਿੱਥੇ ਬਹੁਤ ਸਾਰੇ ਘਰ ਲਾਲ ਲਕੀਰ ਦੇ ਅੰਦਰ ਸੀਗੇ ਸਾਨੂੰ ਬਹੁਤ ਵੱਡੀ ਪ੍ਰੋਬਲਮ ਸੀਗੀ ਕਿ ਵਿਚਾਰੇ ਨਾ ਰਜਿਸਟਰੀ ਕਰਾ ਸਕਦੇ ਹੈ ਨਾ ਵੇਚ ਸਕਦੇ ਹੈ ਝੂਠੀ ਬਿਜਲੀ ਲੈਣੀ ਪੈਂਦੀ ਹੈ ਬਿਜਲੀ ਵਾਲੇ ਆ ਕੇ ਬਿਜਲੀ ਦਾ ਕਨੈਕਸ਼ਨ ਕੱਟ ਦਿੰਦੇ ਹੈ ਸੋ ਸਾਡਾ ਬਹੁਤ ਵੱਡਾ ਮੁੱਦਾ ਉਹ ਵੀ ਰਹੇਗਾ ਨੋਬਲ ਫਾਊਂਡੇਸ਼ਨ ਦੇ ਥਰੂ ਅਸੀਂ ਸਕੂਲਸ ਵੀ ਜਗ੍ਹਾ ਜਗ੍ਹਾ ਤੇ ਕਰ ਰਹੇ ਹਾਂ ਅਸੀਂ ਸਪੋਰਟਸ ਦੇ ਏਰੀਆਜ਼ ਵੀ ਲੋਕਾਂ ਤੋਂ ਲੈ ਰਹੇ ਹਾਂ ਵੀ ਚਾਹੇ 500 ਗਜ਼ ਜਗ੍ਹਾ ਹੈ ਕੋਈ ਜਗ੍ਹਾ ਸਾਨੂੰ ਦੇ ਦਿਓ ਅਸੀਂ ਰੈਸਲਿੰਗ ਦੇ ਅਖਾੜੇ ਖੋਲ ਰਹੇ ਹਾਂ ਉੱਥੇ ਜਿਮ ਲਾ ਰਹੇ ਹਾਂ ਸੋ ਅੱਜ ਕੱਲ੍ਹ ਅਸੀਂ ਲੱਗੇ ਹੋਏ ਹਾਂ ਇਸ ਤੇ ਵੀ ਸਾਡੇ ਬੱਚੇ ਸਾਰੀ ਪੁਲਿਸ ਦਾ ਅਸੀਂ ਰੀਹੌਲ ਕੀਤਾ ਕਮਿਸ਼ਨਰ ਸਾਹਿਬ ਦੇ ਨਾਲ ਪੂਰੀ ਪੁਲਿਸ ਦੇ ਐਸਐਚਓਜ਼ ਹੈ ਜਿਹੜੇ ਸਾਡੇ ਏਰੀਆ ਵਾਈਜ਼ ਮੀਟਿੰਗਸ ਕਰਨਗੇ ਨਸ਼ਾ ਜਿਹੜਾ ਬਹੁਤ ਵੱਡਾ ਮੁੱਦਾ ਹੈ ਅੰਮ੍ਰਿਤਸਰ ਮੈਂ ਨੁਕਸਾਨ ਦੀ ਗੱਲ ਕੀਤੀ ਜਿੱਥੋਂ ਵੀ ਖੜਨਗੇ ਉਹਨਾਂ ਦੇ ਅਗੇਂਸਟ ਵੱਡਾ ਕੈਂਡੀਡੇਟ ਖੜਾ ਕੇ ਜਿਹੜਾ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਤੁਸੀਂ ਕਿਸ ਤਰੀਕੇ ਦਾ ਸਟੈਂਡ ਲੈਣਾ ਮੈਂ ਤਾਂ ਕੀ ਹੋ ਗਿਆ ਹਰ ਬੰਦੇ ਨੂੰ ਜਦੋਂ ਇਲੈਕਸ਼ਨ ਲੜਦਾ ਹੈ 18 ਬੰਦੇ ਉਹਨਾਂ ਦੇ ਅਗੇਂਸਟ ਖੜਦੇ ਆ ਤਾਂ ਉਹ ਵੀ ਵੈਲਕਮ ਹੈ ਮੈਂ ਤਾਂ ਉਹਨਾਂ ਨੂੰ ਵੈਲਕਮ ਕਰਤਾ ਮੈਂ ਕਿਤੇ ਵੀ ਆ ਜਾਓ ਤੁਸੀਂ ਤੁਹਾਡੇ ਤੋਂ ਸਟਰੋਂਗ ਕੈਂਡੀਡੇਟ ਕੌਣ ਹੋਏਗਾ ਉਹਨਾਂ ਤੋਂ ਦੇਖੋ ਉਹ ਬੰਦਾ ਨੂੰ ਸੋਚਣਾ ਚਾਹੀਦਾ ਮੇਰੇ ਤੋਂ ਸਟਰੋਂਗ ਤਾਂ ਕੋਈ ਨਹੀਂ ਹੈ ਨਾ ਉਹ ਆ ਜਾਣ ਅਸੀਂ ਘਰ ਵੀ ਦੇਵਾਂਗੇ
मैं रेंट भी भर दूंगी, मैं ਤੁਹਾਨੂੰ ਪਹਿਲਾਂ ਕਿਹਾ ਹੈ, ਰੋਟੀ ਦਾ ਵੀ ਅਰੇਂਜਮੈਂਟ ਕਰੂੰਗੀ, ਆਰਾਮ ਨਾਲ ਸਟੇਜ ਵੀ ਦੇ ਦੂੰਗੀ ਆਪਣੀ, ਮੇਰੇ ਵਾਲੀ ਸਟੇਜ ਨਹੀਂ, ਵੋਟਾਂ ਨਹੀਂ ਮੈਂ ਦਊਂਗੀ। ਮੈਮ ਇੱਕ ਲਾਸਟ ਸਵਾਲ ਮੈਂ ਅੱਖ ਦੇ ਅੰਦਰ ਸੀਗੀ, ਸਾਰੇ ਮੰਤਰੀਆਂ ਨਾਲ ਫੋਟੋਆਂ ਵੀ ਜਿਹੜੀਆਂ ਨੇ ਵਾਇਰਲ ਕੀਤੀਆਂ ਗਈਆਂ ਨੇ ਤੇ ਉਸ ਸਮੇਂ ਕਿਉਂ ਨਹੀਂ ਸਵਾਲ ਚੱਕੇ ਗਏ? ਹੁਣ ਜਦੋਂ ਮੈਂ ਕੁਰਸੀ ਤੋਂ ਉੱਤਰ ਗਿਆ, ਅਸਤੀਫਾ ਦੇਤਾ, ਫਿਰ ਸਵਾਲ ਕਿਉਂ ਚੱਕੇ ਜਾ ਰਹੇ ਨੇ? ਕਿਉਂਕਿ ਉਹਨਾਂ ਨੇ ਕੰਮ ਹੀ ਇੱਕੋ ਹੀ ਕੀਤਾ, ਉਹਨਾਂ ਨੇ ਰੂਸਾ ਆਲਮ ਦੇ ਨਾਲ ਪਾਰਟੀ ਕਰਨ ਤੋਂ ਸਿਵਾਏ ਕੰਮ ਹੀ ਨਹੀਂ ਕੀਤਾ। ਅਸੀਂ ਉਹਨਾਂ ਦਾ ਕਿਹੜਾ ਕੰਮ ਗਿਣਾਈਏ? ਅਸੀਂ ਉਹਨਾਂ ਦਾ ਇੱਕੋ ਹੀ ਕੰਮ ਗਿਣਾ ਸਕਦੇ ਹਾਂ ਕਿ ਉਹਨਾਂ ਨੇ ਰੂਸਾ ਆਲਮ ਨੂੰ ਬਹੁਤ ਖੁਸ਼ ਰੱਖਿਆ ਆਪਣੇ ਵਿਧਾਇਕਾਂ ਦੇ ਚੱਕੇ ਨੇ ਨਾ, ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ ਤੇ ਅਸੀਂ ਕੀ ਕਰੀਏ? ਸੀਐਮ ਜਿਹੜਾ ਚੇਅਰ ਤੇ ਬੈਠਾ ਹੋਵੇ ਉਹਨੂੰ ਰੋਜ਼-ਰੋਜ਼ ਅਸੀਂ ਕਹਿ ਨਹੀਂ ਸਕਦਾ, ਕੋਈ ਵੀ ਐਮਐਲਏ ਕੋਈ ਪ੍ਰੋਟੋਕਾਲ 'ਚ ਨਹੀਂ ਆਂਦਾ ਵੀ ਤੁਸੀਂ ਆਪਣੇ ਸਿਟਿੰਗ ਸੀਐਮ, ਇਹ ਤਾਂ ਸਾਡੇ ਵਰਗੇ ਲੋਕ ਹੀ ਆ ਜਿਹੜੇ ਬੋਲਦੇ ਆ। ਤੁਸੀਂ ਪਹਿਲਾਂ ਵੀ ਦੇਖਿਆ ਸਿਟਿੰਗ ਸੀਐਮ ਦੇ ਅਗੇਂਸਟ ਕੋਈ ਨਹੀਂ ਬੋਲਦਾ, ਕਿਉਂਕਿ ਫੰਡ ਬੰਦ ਹੋ ਜਾਂਦੇ ਆ, ਫੰਡ ਬੰਦ ਹੋ ਜਾਂਦੇ ਆ, ਕੰਮ ਬੰਦ ਹੋ ਜਾਂਦਾ ਹੈ। ਕੋਈ ਬੰਦਾ ਨਹੀਂ ਚਾਹੁੰਦਾ ਵੀ ਮੇਰੇ ਇਲਾਕੇ ਦਾ ਕੰਮ ਬੰਦ ਹੋ जाए। चन्नी मिलके चले और कैप्टन नई पार्टी ना बनाए। देखो चन्नी जी और नवजोत सिंह सिद्धू रोज मिलते हैं, उनकी मीटिंग सुबह के 3-3 बजे तक चलती हैं। अगर एक बहस करना किसी चीज़ पे कि ये ज़रूरी है, पहले ये करें, ये बाद में करें, ये ज़रूरी है। एजी को बदलने का मतलब ये था कि वो सैनी साहब के लिए अपेयर हुआ है, वो हमारे लिए पेश नहीं हो सकता, तो ये लड़ाई तो लड़नी थी ना, तो एजी तो बदलना पड़ेगा। सो ये समझाने की बातें में लड़ाई नहीं होती, वो कोई रूस के नहीं बैठा, सब अपना अपना काम कर रहे हैं और रोज कुछ ना कुछ नया हो रहा है। दिल्ली में कत्लेआम के दोषी समझे थे जगदीश शेट्टर, उनको नियुक्ति दी है, दिल्ली कांग्रेस का अध्यक्ष बनाया गया है, काफी रोष है पंजाब में। देखो इसमें पर्सनली लो तो मुझे भी बहुत बड़ा रोष है, पार्टी लेवल का जो भी है उसमें मैं कमेंट करने वाली कोई नहीं होती, उन्हीं को इस बात का जवाब देना पड़ेगा। मैम लेकिन कांग्रेस ਦੇ ਵੱਲੋਂ ਕਿਸੇ ਦੇ ਵੱਲੋਂ ਵੀ ਵਿਰੋਧ ਜਿਹੜਾ ਹੈ ਨਹੀਂ ਜਤਾਇਆ ਜਾ ਰਿਹਾ, ਕਿਉਂਕਿ ਇੱਕ ਜਗ੍ਹਾ ਤੇ ਸਿੱਖੀ ਦੀ ਗੱਲ ਕੀਤੀ ਜਾ ਰਹੀ ਹੈ, ਸਰਦਾਰ ਪੰਜਾਬ ਦੀ ਹੱਕ ਦੀ ਗੱਲ हर कोई बोलना चाहता है पर किते ना किते पार्टी प्रोटोकॉल ਹੁੰਦਾ है, हर किसी ਦੇ ਮਨ 'ਚ ਦਰਦ ਹੈ। ਜਿਹੜਾ ਬਾਦਲ ਸਾਹਿਬ ਏਡੀਆਂ ਵੱਡੀਆਂ ਰੋਣੇ ਰੋ ਰਹੇ ਹੈ ਨਾ, ਉਹਨਾਂ ਦੀਆਂ ਏਡੀਆਂ ਮੇਰੇ ਕੋਲ ਫਾਈਲਾਂ ਪਈਆਂ, ਤੁਸੀਂ ਦੇਖੋਗੇ ਤੁਹਾਨੂੰ ਰੋਣਾ ਆ ਜਾਏਗਾ। ਜਦੋਂ ਇਹ ਲੋਕ ਦਿੱਲੀ ਤੋਂ ਛੁੱਟ ਕੇ ਆਏ ਨਾ ਤਾਂ ਮਨਮੋਹਨ ਸਿੰਘ ਜੀ ਨੇ ਇੱਕ ਇਲਾਕੇ ਲਈ, ਕੱਲੇ ਲੁਧਿਆਣੇ ਲਈ 420 ਕਰੋੜ ਦਿੱਤਾ ਸੀ, ਜਿਹਦੀ ਫਾਈਲ ਮੇਰੇ ਕੋਲ ਪਈ ਹੈ। ਜਿਹੜਾ ਚੀਮਾ ਨਾ ਐਜੂਕੇਸ਼ਨ ਮਿਨਿਸਟਰ, ਉਹਨੇ ਉੱਥੇ ਡੁਗਰੀ ਹੈ, ਡੁਗਰੀ ਦੇ ਨਾਲ ਰਲ ਕੇ ਝੂਠੇ ਲੋਕਾਂ ਤੋਂ ਫਾਰਮ ਭਰਾਏ, ਜਿਨ੍ਹਾਂ ਨੇ 2 ਲੱਖ ਮੁਆਵਜ਼ੇ ਦੀ ਜਗ੍ਹਾ 1 ਲੱਖ ਤੇ ਸਾਈਨ ਕਰਤਾ, ਉਹਨੂੰ ਤਾਂ ਚੈੱਕ ਦੇਤਾ, ਤੇ ਜਿਹਨੇ ਨਹੀਂ ਕੀਤਾ ਉਹ ਤਾਂ 2 ਲੱਖ ਹੀ ਖਾ ਗਏ। ਉਹਨਾਂ ਦੇ ਲਈ ਫਲੈਟਸ ਜਿਹੜੇ ਬਣਾਏ ਹੈ ਅੱਜ ਤੱਕ ਡੁਗਰੀ ਤੇ ਚੀਮੇ ਕੋਲ ਹੈ, ਜਿਹੜੇ ਕਿ ਉਹਨਾਂ ਨੂੰ ਦੇਣੇ ਚਾਹੀਦੇ ਸੀ। ਇਹ ਝੂਠੇ ਜਿਹੜੇ ਕ੍ਰੋਕੋਡਾਈਲ ਟੀਅਰਸ ਹੈ ਨਾ, ਉਹ ਨਾ ਕਰਨ, ਕਿਉਂਕਿ ਇਹਨਾਂ ਨੇ ਤਾਂ ਪੰਜਾਬ ਨੂੰ ਟੋਟਲੀ ਲੁੱਟ ਕੇ ਖਾਧਾ ਹੈ। ਇਹਨਾਂ ਨੇ ਉਹਨਾਂ ਲੋਕ ਹੀ ਨਹੀਂ ਬਖਸ਼ੇ ਜਿਹੜੇ ਆਪਣੇ ਪੰਜਾਬ ਵਾਪਸ ਆਏ ਸੀ। ਤੇ ਕੀ ਸੀਐਮ ਦਾ ਉਹਨੇ ਫਰਜ਼ ਨਹੀਂ ਸੀ ਬਣਦਾ ਵੀ ਦਿੱਲੀ ਤੋਂ ਜੇ ਕੋਈ ਪ੍ਰੋਬਲਮ ਹੋਈ ਹੈ, ਕੋਈ ਗੱਲ ਹੁੰਦੀ ਹੈ, ਹੋ ਜਾਂਦੇ ਰਾਈਟਸ, ਤੁਹਾਡੇ ਕੰਟਰੋਲ 'ਚ ਨਹੀਂ ਹੁੰਦੇ। मेरे इलाके भी प्रॉब्लम्स हुई, मेरे हाथ च नहीं सी उन्होंने कंट्रोल करना, पर दाग मेरे ते लग गया, ठीक है ना। सो प्रॉब्लम्स आंदी हैं, बहुत वड्डियां प्रॉब्लम्स आंदी हैं। ये नहीं मतलब हुंदा कि जदों वो लोग सिख जदों इत्थे आए, तुसीं मैनूं दसो पंजाब ने उन्हां लई की कीता सिवाए उन्हां दे पैसे खाधे? मनमोहन सिंह ने भेजे सी ना, कित्थे हैं पैसे? अज तक वो लोग तड़फ रहे हैं, अज तक असीं खाली नहीं करा पा रहे, क्योंकि इन्हां ने 15-15 20 सालों तो उत्थे फ्लैट बना के किराए ते दिते होए। ਜਿਹੜੇ 84 ਦੰਗਿਆਂ ਦੇ ਪੀੜਿਤ ਹੈ ਉਹਨਾਂ ਨੂੰ ਨਹੀਂ ਦਿੱਤੇ, ਆਪ ਕਿਰਾਏ ਤੇ ਦਿੱਤੇ ਹੋਏ ਆ। ਅੱਜ ਦੀ ਡੇਟ 'ਚ ਚੀਮਾ ਐਜੂਕੇਸ਼ਨ ਮਿਨਿਸਟਰ ਤੇ ਨਾਲ ਡੁਗਰੀ ਉਹਨਾਂ ਦੇ ਕਿਰਾਏ ਖਾ ਰਹੇ। प्रियंका गांधी ने कहा कि 70 साल की मेहनत से 7 साल में पानी फेर दिया गया। प्रियंका गांधी जी का बयान है। देखो उन्होंने जिस कंटेक्स्ट में जो भी कहा है, दिल से हर कोई बोलता है, हर कोई लीडर बोलता है। किसी भी लीडर के बारे में मैं अपने पे कमेंट कर सकती हूँ, अपनी बातों पे कमेंट कर सकती हूँ, किसी के बारे में कमेंट करना मेरे दायरे में नहीं आता। ਮੈਂ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਪਹਿਲਾਂ ਕਿਹਾ ਜਾ ਰਿਹਾ ਸੀ ਨਵਜੋਤ ਸਿੰਘ ਸਿੱਧੂ ਜਿਹੜੇ ਨੇ 2022 ਦਾ ਚਿਹਰਾ ਹੋ ਸਕਦੇ ਨੇ, ਲੇਕਿਨ ਹੁਣ ਜਿਹੜੇ ਵੀ ਵਿਧਾਇਕ ਆ ਮਿਨਿਸਟਰ ਜਿਹੜੇ ਨੇ ਬਿਆਨ ਕਰ ਰਹੇ ਨੇ ਉਹ ਇਹੀ ਕਹਿ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ 2022 ਦਾ ਚਿਹਰਾ। ਮੈਂ ਕਹਿ ਰਹੀ ਹਾਂ ਲੜਾਈ ਮੁੱਦਿਆਂ ਦੀ ਹੋ ਰਹੀ ਹੈ, ਲੜਾਈ ਇੱਥੇ ਲੜਾਈ ਸੀਐਮ ਚੇਅਰ ਦੀ ਹੋ ਹੀ ਨਹੀਂ ਰਹੀ। ਮੈਂ ਤੁਹਾਨੂੰ ਕਦੋਂ ਦੀ ਕਹਿ ਰਹੀ ਹਾਂ ਭਾਈ ਜੀ, ਸਾਡੇ ਘਰ ਚੋਂ ਕਿਤੇ ਨਹੀਂ ਕਿਹਾ ਗਿਆ ਕੁਰਸੀਆਂ ਛੱਡੀਆਂ ਗਈਆਂ, ਕਿਤੇ ਨਹੀਂ ਕਿਹਾ ਸਾਨੂੰ ਕੁਝ ਚਾਹੀਦਾ। ਗੱਲ ਮੁੱਦਿਆਂ ਦੀ ਹੋ ਰਹੀ ਹੈ, ਗੱਲ ਪੰਜਾਬ ਦੀ ਹੋ ਰਹੀ ਹੈ। ਜਿਹੜਾ ਵੀ ਬੰਦਾ ਹੋਵੇ ਕਾਂਗਰਸ ਦਾ, ਕੋਈ ਲੀਡਰ ਹੋਵੇ ਜਿਹੜਾ ਕਹਿ ਦੇ ਵੀ ਮੈਂ ਇਹ ਸਾਰੇ ਮੈਨੀਫੈਸਟੋ ਵਾਲੇ ਪੂਰੇ ਕਰੂੰਗਾ, दारू सरकारी कर दूंगा, माइनिंग सरकारी कर दूंगा, बच्चों को नौकरी दे दूंगा, सरकारी कॉलेज ते स्कूलों को प्रमोट करूंगा, हेल्थ जी है सरकारी हो, कोई बन जाए, जेड़ा बंदा चंगा काम करे वो मुख्यमंत्री बने। बस चोर कोई भी चोर है वो मुख्यमंत्री ना बने, क्योंकि पंजाब ने
ਬਹੁਤ ਜ਼ਿਆਦਾ ਚੋਰਾਂ ਨੂੰ ਝੇਲਿਆ ਹੁਣ ਤੱਕ ਤੇ ਪਰੇਸ਼ਾਨ ਹੋ ਚੁੱਕੇ ਹੈ। ਮੁੱਦਿਆਂ ਦੀ ਗੱਲ ਕਰ ਰਹੇ ਹੋ, ਤੁਸੀਂ ਵੀ ਕਹਿ ਰਹੇ ਹੋ ਕਿ ਮੁੱਦਿਆਂ ਦੀ ਗੱਲ ਕਰ ਰਹੇ ਹੋ, ਲੇਕਿਨ ਵਿਰੋਧੀ ਕਹਿ ਰਹੇ ਨੇ ਕਿ ਮੁੱਦਿਆਂ ਤੱਕ ਤੇ ਹਾਲੇ ਤੱਕ ਆਏ ਨਹੀਂ, ਕਿਉਂਕਿ ਬਰਗਾੜੀ ਦਾ ਮੁੱਦਾ ਕਿਹਾ ਜਾ ਰਿਹਾ ਸੀ, ਲੇਕਿਨ ਹਾਲੇ ਤੱਕ ਉਸ ਮੁੱਦੇ बेचारे रो रहे हैं ना, क्योंकि रोज रोज तो तुसी देख रहे हो मुद्दे सॉल्व हो रहे हैं। प्राइवेट बसां अज तक किसी ने नहीं रोकियां सी, असी रोकदी हां रोज दा। वो कहंदा राजा वड़िंग मैं 1 करोड़ रुपए दी कमाई रोज दी करूंगा, इन्हां नूं तकलीफ हो रही है, इन्हां दियां बसां बंद हो गईयां। प्रगट सिंह ने नवंबर के महीने 15,000 नौकरी अनाउंस करती है ना, इन्हां नूं तकलीफ हो रही है। ਅਸੀਂ ਸਕਿੱਲ ਡਿਵੈਲਪਮੈਂਟ ਸੈਂਟਰ ਕਰਤੇ ਵੀ ਅਸੀਂ ਲੋਕਾਂ ਨੂੰ ਕਰਾਂਗੇ, ਇਹਨਾਂ ਨੂੰ ਸਾਨੂੰ ਇਹ ਜਿਹਾ ਸੀਐਮ ਮਿਲ ਗਿਆ ਜਿਹੜਾ ਸੜਕਾਂ ਤੇ ਰੁਕ ਜਾਂਦਾ ਹੈ ਜੋ ਹੋਣਾ ਚਾਹੀਦਾ ਹੈ। ਇਹਨਾਂ ਨੂੰ ਉਸ ਗੱਲ ਦੀ ਤਕਲੀਫ ਹੈ ਕਿਉਂਕਿ ਸਾਡਾ ਹੀ ਸੀਐਮ 4.5 ਸਾਲ ਆਪਣੇ ਭਵਨ ਚੋਂ ਹੀ ਨਹੀਂ ਨਿਕਲਿਆ, ਉਹਦੀ ਸ਼ਕਲ ਹੀ ਕਿਸੇ ਨੇ ਨਹੀਂ ਦੇਖੀ। ਸੋ ਇਹਨਾਂ ਨੂੰ ਰੋਣਾ ਆ ਰਿਹਾ ਹੈ ਵੀ ਅਸੀਂ ਤਾਂ ਜਿੱਤ ਜਾਂਦੇ ਆਰਾਮ ਨਾਲ, ਇਹ ਕਹਿ ਕੇ ਵੀ ਸੀਐਮ ਨੇ ਕੰਮ ਨਹੀਂ ਕੀਤਾ। ਹੁਣ ਅਸੀਂ ਕੀ ਕਵਾਂਗੇ, ਇਹ ਤਾਂ ਕੰਮ ਕਰਨ ਲੱਗ ਗਏ ਸਾਰੇ ਜਾਣੇ। ਸੋ ਉਹਨਾਂ ਨੂੰ ਤਕਲੀਫ ਹੋ ਰਹੀ ਹੈ। ਹੁਣ ਤਾਂ ਸਿੱਧੇ ਕਹਿ ਰਹੇ ਕੈਪਟਨ ਅਮਰਿੰਦਰ ਕਿ ਮੈਂ ਪਾਰਟੀ ਬਣਾਵਾਂਗਾ, ਹਾਈਕਮਾਂਡ ਕਿਉਂ ਨਹੀਂ ਉਹਨਾਂ ਤੇ ਕਾਰਵਾਈ ਕਰ ਰਹੀ? ਦੇਖੋ ਤੁਸੀਂ ਸਾਰਿਆਂ ਨੇ ਕਿਹਾ ਸੀਗਾ, ਕੱਲ ਪ੍ਰੈਸ ਕਾਨਫਰੰਸ ਕਹਿ ਰਹੇ ਹੋ ਤੁਹਾਡੇ ਕਿੰਨੇ ਬੰਦੇ ਚਲੇ ਜਾਣਗੇ, ਉਹ ਨਾ ਇੱਕ ਐਮਐਲਏ ਗਿਆ ਨਾ ਇੱਕ ਵੀ ਮੰਤਰੀ ਗਿਆ ਵਿਚਾਰੇ ਨਾਲ, ਉਹਦਾ ਆਪਣਾ ਕੈਪਟਨ ਸਿਰਨੀਪ ਸੰਧੂ ਓਐਸਡੀ ਛੱਡ ਕੇ ਚਲੇ ਗਿਆ। ਜੋ ਨੁਕਸਾਨ ਕਰਨਗੇ ਉਹ ਆਮ ਆਦਮੀ ਪਾਰਟੀ ਦਾ ਕਰ ਸਕਦੇ ਹੈ, ਅਕਾਲੀ ਦਲ ਦਾ ਕਰ ਸਕਦੇ ਹੈ, ਕਿਉਂਕਿ ਉਹਨਾਂ ਦੇ ਰੁੱਸੇ ਹੋਏ ਬੰਦੇ ਲੈਣਗੇ। ਸਾਡੇ ਸਰਵੇ ਦੇ ਹਿਸਾਬ ਨਾਲ ਟਿਕਟਾਂ ਵੰਡੀਆਂ ਜਾਣਗੀਆਂ ਪਹਿਲਾਂ ਹੀ, ਐਂਡ ਕੋਈ ਬੰਦਾ ਅਪੋਜ਼ ਨਹੀਂ ਕਰੇਗਾ। ਕੋਈ ਬੰਦਾ ਹੁਣ ਤੱਕ ਉਹਦੇ ਨਾਲ ਨਹੀਂ ਗਿਆ, ਨਾ ਅੱਗੇ ਤੋਂ ਜਾਣ ਵਾਲਾ ਹੈ ਜਿਹੜਾ ਕਾਂਗਰਸੀ ਹੈ। ਸਰਕਾਰ ਬਣ ਰਹੀ ਪੂਰੇ ਆਰਾਮ ਨਾਲ ਬਣ ਰਹੀ ਹੈ 80 ਤੋਂ ਉੱਤੇ। ਮੈਮ ਨੁਕਸਾਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਜਿੱਥੋਂ ਵੀ ਖੜਨਗੇ ਉਹਨਾਂ ਦੇ ਅਗੇਂਸਟ ਵੱਡਾ ਕੈਂਡੀਡੇਟ ਖੜਾ ਕੇ ਜਿਹੜਾ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਤੁਸੀਂ ਕਿਸ ਤਰੀਕੇ ਦਾ ਸਟੈਂਡ ਲੈਂਦੇ? ਮੈਂ ਤਾਂ ਕੀ ਹੋ ਗਿਆ, ਹਰ ਬੰਦੇ ਨੂੰ ਜਦੋਂ ਇਲੈਕਸ਼ਨ ਲੜਦਾ ਹੈ 18 ਬੰਦੇ ਉਹਨਾਂ ਦੇ ਅਗੇਂਸਟ ਖੜਦੇ ਹੈ ਤਾਂ ਉਹ ਵੀ ਵੈਲਕਮ ਹੈ। ਮੈਂ ਤਾਂ ਉਹਨਾਂ ਨੂੰ ਵੈਲਕਮ ਕਰਤਾ ਹੈ, ਮੈਂ ਕੀਤਾ ਵੀ ਆ ਜਾਓ ਤੁਸੀਂ, ਤੁਹਾਡੇ ਤੋਂ ਸਟਰੋਂਗ ਕੈਂਡੀਡੇਟ ਕੌਣ ਹੋਏਗਾ? ਉਹਨਾਂ ਤੋਂ ਦੇਖੋ ਉਹ ਬੰਦਾ ਨੂੰ ਸੋਚਣਾ ਚਾਹੀਦਾ ਮੇਰੇ ਤੋਂ ਸਟਰੋਂਗ ਤਾਂ ਕੋਈ ਨਹੀਂ ਹੈ ਨਾ, ਉਹ ਆ ਜਾਣ, ਅਸੀਂ ਘਰ ਵੀ ਦੇਵਾਂਗੇ, मैं रेंट भी भर दूंगी, मैं थोनू पहला क्या है रोटी का भी अरेंजमेंट करूंगी, आराम नाल स्टेज भी दे दूंगी अपनी, मेरे वाली स्टेज नहीं वोटा नहीं मैं दूंगी। मैम एक लास्ट सवाल, मैं आखिरी सवाल के अरसा आलम ਨੂੰ ਲੈ ਕੇ ਜਿਹੜਾ ਚੱਲ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ 16 ਸਾਲ ਤੋਂ ਅਰਸਾ ਆਲਮ ਜਿਹੜੀ ਹੈ ਭਾਰਤ ਦੇ ਅੰਦਰ ਸੀਗੀ, ਸਾਰੇ ਮੰਤਰੀਆਂ ਨਾਲ ਫੋਟੋਆਂ ਵੀ ਜਿਹੜੀਆਂ ਨੇ ਵਾਇਰਲ ਕੀਤੀਆਂ ਗਈਆਂ ਨੇ, ਤੇ ਉਸ ਸਮੇਂ ਕਿਉਂ ਨਹੀਂ ਸਵਾਲ ਚੱਕੇ ਗਏ? ਹੁਣ ਜਦੋਂ ਮੈਂ ਕੁਰਸੀ ਤੋਂ ਉਤਰ ਗਿਆ ਅਸਤੀਫਾ ਦੇਦਾ ਫਿਰ ਸਵਾਲ ਕਿਉਂ ਚੱਕੇ ਜਾ ਰਹੇ? ਕਿਉਂਕਿ ਉਹਨਾਂ ਨੇ ਕੰਮ ਹੀ ਇੱਕੋ ਹੀ ਕੀਤਾ, ਉਹਨਾਂ ਨੇ ਰੂਸਾ ਆਲਮ ਦੇ ਨਾਲ ਪਾਰਟੀ ਕਰਨ ਤੋਂ ਸਿਵਾਏ ਕੰਮ ਹੀ ਨਹੀਂ ਕੀਤਾ। ਅਸੀਂ ਉਹਨਾਂ ਦਾ ਕਿਹੜਾ ਕੰਮ ਗਿਣਾਈਏ? ਅਸੀਂ ਉਹਨਾਂ ਦਾ ਇੱਕੋ ਹੀ ਕੰਮ ਗਿਣਾ ਸਕਦੇ ਹਾਂ ਕਿ ਉਹਨਾਂ ਨੇ ਰੂਸਾ ਆਲਮ ਨੂੰ ਬਹੁਤ ਖੁਸ਼ ਰੱਖਿਆ। ਆਪਣੇ ਵਿਧਾਇਕਾਂ ਦੇ ਚੱਕੇ ਨੇ ਨਾ, ਕਾਂਗਰਸ ਪਾਰਟੀ ਦੇ ਵਿਧਾਇਕਾਂ ਦੇ। ਤੇ ਅਸੀਂ ਕੀ ਕਰੀਏ? ਸੀਐਮ ਜਿਹੜਾ ਚੇਅਰ ਤੇ ਬੈਠਾ ਹੋਵੇ ਉਹਨੂੰ ਰੋਜ਼-ਰੋਜ਼ ਅਸੀਂ ਕਹਿ ਨਹੀਂ ਸਕਦਾ, ਕੋਈ ਵੀ ਐਮਐਲਏ ਕੋਈ ਪ੍ਰੋਟੋਕਾਲ 'ਚ ਨਹੀਂ ਆਂਦਾ ਵੀ ਤੁਸੀਂ ਆਪਣੇ ਸਿਟਿੰਗ ਸੀਐਮ, ਇਹ ਤਾਂ ਸਾਡੇ ਵਰਗੇ ਲੋਕ ਹੀ ਆ ਜਿਹੜੇ ਬੋਲਦੇ ਆ। ਤੁਸੀਂ ਪਹਿਲਾਂ ਵੀ ਦੇਖਿਆ ਸਿਟਿੰਗ ਸੀਐਮ ਦੇ ਅਗੇਂਸਟ ਕੋਈ ਨਹੀਂ ਬੋਲਦਾ ਕਿਉਂਕਿ ਫੰਡ ਬੰਦ ਹੋ ਜਾਂਦੇ ਆ, ਫੰਡ ਬੰਦ ਹੋ ਜਾਂਦੇ ਆ, ਕੰਮ ਬੰਦ ਹੋ ਜਾਂਦਾ ਹੈ। कोई बंदा नहीं चाहता भी मेरे इलाके का काम बंद हो जाए। कि आपका फ़ायदा किस में, नहीं तो आप समझाओ कि आपको कैसे फ़ायदा है। अब ये मुझे कहेंगे कि तू ये छोटी सी जगह है, यहाँ पे तू ये चीज़ उगा ले जो मैंने सुनी भी नहीं है और तू उस देश में बेच दे, तो ये तो पॉसिबल नहीं है ना। देखो मीटिंगों का सिलसिला जो बंद है, हाँ, उसके वो बाद शुरू नए पंजाब की बात कर रही है बीजेपी की, हम नया पंजाब में नया नारा लाने की बात कर रही है, तो कैसा लग रहा है कि वो क्या सियासत करने की बात चल रही है? देखो बीजेपी का तो फिलहाल एग्जिस्टेंस ही ख़त्म है और जितनी देर उन्होंने लगाई है तो बहुत ही दुर्भाग्यपूर्ण है। और मैं चाहती नहीं ऐसी सरकार किसी भी देश में, मैं कहती हूँ भगवान करे ऐसी सरकार कभी किसी देश में ना आए कि जहाँ पे प्रजा सालों साल बैठी हो सड़कों पे और इंसान बात करने को तैयार ना हो। तो अभी वो जो कुछ भी लेके आए, क्योंकि देखो लोगों की सरकार होती है, लोगों के चुने हुए नुमाइंदे हो, तुम और कुछ नहीं हो, तुम सरकारी नौकर भी नहीं हो कि सरकारी फीस ले रहे हो और वो कर रहे हो, लोगों के चुने नुमाइंदे हो, वैसे जैसे चढ़ाया है वैसे उतार भी देंगे, ठीक है ना। बात सुननी चाहिए किसान की। ऐलान करने जा रही है, क्या लगता है लोगों को सुविधाओं के लिए होगी? 100% आज तक जो हो रहा है लोगों की सुविधाओं के लिए हो रहा है। खुशी जब उन्होंने कहा है कि मैं दिवाली से पहले कोई खुशी दूंगा तो पूरी उम्मीद है सीएम साहब के साथ, बिकॉज़ पिछले 10 दिनों में नवजोत सिद्धू या सीएम साहब के साथ जो मीटिंगें भी हुई, जो प्रेस कॉन्फ्रेंस भी हुई, रात तक भी मीटिंग्स चली, तो वो इसी बात पे चली कि हमने वादा किया था कि बिजली सस्ती देंगे और जो हमने प्राइवेट कंट्रैक्ट साइन किए थे। देखो पहले क्या प्रॉब्लम आ रही थी कि कंट्रैक्ट टूट नहीं रहे थे, इनको लीगली बहुत मुश्किल होता है कंट्रैक्ट्स को तोड़ना, पर अब क्या था कि इनको कोला रखना पड़ता है कम से कम 1 महीने का, तो इन सब के पास कोला नहीं था। तो आज हमारे पास ये हक है कि हम ये पीपीए तोड़ सकें
और हम उनसे ले सकें जो सस्ती बिजली दे रही हैं। अब जो हमने आगे साइन करने हैं, जो चन्नी साहब ने बोला है, जिन कंपनी से वीनू प्रसाद जी ने बात की है, वो 2 रुपये 60 पैसे 2 रुपये 70 पैसे में देने को तैयार है। तो ये उम्मीद है कि अगर इतना हो गया तो मैक्सिमम हमसे 5 रुपये ले लेंगे। सो बहुत उम्मीद है सारे पंजाब को और ज़रूर ये तोहफा मिलेगा। किसान नेता ने रिक्वेस्ट करने कहा कि 26 नवंबर तक जो खेती कानून है वो रद्द नहीं हुए तो दिल्ली की घेराबंदी की जाएगी ट्रैक्टर ट्रॉलियों से। देखो, मैं ये मन में ज़रूर रहता है कि कोई भी इंसान को चोट ना पहुँचे। कई बारी हम ऐसे डिसीजंस कह तो देते हैं। मोदी साहब को तो सबसे पहले तो मोदी साहब को चाहिए कि प्रधानमंत्री हैं देश के, सारे देश के किसान इकट्ठे होके, मैं हैरान हूँ कि 1 साल तक तुम अपने किसानों को समझा ही नहीं पाए कि उन कानूनों में फ़ायदा क्या है। जब सारा किसान कह रहा है कि हमें इसमें फ़ायदा ही कोई नहीं है तो आपको रद्द करने में हर्ज क्या है। उनको सबसे पहले चाहिए कि नेशनल सिक्योरिटी है, बाहर भी लोग इतने ज़्यादा प्रोटेस्ट कर चुके हैं इस बात के लिए, क्यों नहीं मान रहे? मतलब तुम वहाँ जाके उनसे बात तो करो, तुमने तो वार्तालाप ही तोड़ रखी है। तो फिर ये स्थिति जो भी पैदा होगी, ये हमेशा इसमें कोई ना कोई डर रहता है कि कोई ना कोई ऐसा इंसिडेंट ना हो जाए जिसमें क्योंकि उस तरह से भी रिएक्शन होगा। तो ये बिल्कुल नहीं होना चाहिए कि कोई पर्सनल लॉस हो। पहले ही किसान बहुत ज़्यादा सफ़र कर चुके हैं। मैं तो हाथ जोड़ के यही विनती कर सकती हूँ अमित शाह जी को और मोदी जी को और उनके एग्रीकल्चर मिनिस्टर को कि काइंडली वहाँ जाएं और उनको समझाएं और फार्म लॉज को रद्द कर दें फ़िलहाल के लिए, और उसके बाद आराम से बैठें। जो नए लॉज बनाने हैं किसानों के साथ, आप बिना किसानों को साथ बिठाए लॉज उनके लिए कैसे बना सकते हो? आप डॉक्टर्स के लिए बनाते हो तो डॉक्टर्स ही बनाते हैं ना, साथ में बैठते हैं आईएमए के डॉक्टर्स। तो आप किसानों के साथ बैठो और उनको पूछो कि आपका फ़ायदा किस में, नहीं तो आप समझाओ कि आपको कैसे फ़ायदा है। अब ये मुझे